ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ। ਅੱਜ ਅਸੀਂ ਦਰਸ਼ਕਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਕੁਝ ਅਜਿਹੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਦੇ ਜੇਕਰ ਅਸੀਂ ਗੱਲ ਘਰਦਿਆਂ ਦੀ ਕਰੀਏ ਤਾਂ ਉਹਨਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੁੰਦਾ ਕਿ ਸ਼ਾਮ ਨੂੰ 2 ਟਾਈਮ ਦੀ ਜਾਂ 1 ਟਾਈਮ ਦੀ ਰੋਟੀ ਮਿਲਣੀ ਵੀ ਹੈ ਜਾਂ ਨਹੀਂ ਮਿਲਣੀ, ਕਿਉਂਕਿ ਉਹਨਾਂ ਦੇ ਕੰਮਕਾਰ ਬਹੁਤ ਗਰੀਬੀ ਦੇ ਵਿੱਚ ਉਹ ਸਮਾਂ ਬਿਤਾ ਰਹੇ ਨੇ। ਔਰ ਜੇਕਰ ਅਸੀਂ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਇਹ ਪਟਿਆਲੇ ਦੇ ਵਿੱਚ ਇੱਕ ਲੱਕੜ ਮੰਡੀ ਹੈ, ਉਹਦੇ ਨਾਲ ਬਿਲਕੁਲ ਇਹ ਜਗ੍ਹਾ ਬਣੀ ਹੋਈ ਹੈ। ਤੇ ਇਸ ਜਗ੍ਹਾ ਦੇ ਵਿੱਚ ਇੱਕ ਸ਼ੈੱਡ ਵੀ ਪਾਇਆ ਗਿਆ। ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਉਹ ਜ਼ਰੂਰ ਦਿਖਾਣਗੇ। ਇਸ ਸ਼ੈੱਡ ਨੂੰ ਬਣਾਇਆ ਗਿਆ ਹੈ ਕਿ ਬੱਚਿਆਂ ਨੂੰ ਧੁੱਪ ਨਾ ਲੱਗੇ, ਤੇ ਜਦੋਂ ਇਹ ਸਰਦੀ ਦਾ ਮੌਸਮ ਹੁੰਦਾ ਤੇ ਉਹ ਬਾਹਰ ਦੀ ਜਗ੍ਹਾ ਤੇ ਆ ਕੇ ਬਹਿ ਜਾਂਦੇ ਨੇ, ਤੇ ਜਦੋਂ ਗਰਮੀ ਹੁੰਦੀ ਹੈ, ਜਦੋਂ ਜ਼ਿਆਦਾ ਧੁੱਪ ਲੱਗਦੀ ਹੈ ਤਾਂ ਸ਼ੈੱਡ ਦੇ ਵਿੱਚ ਆ ਸਕਦੇ ਨੇ। ਪਰ ਜਿਹੜੀ ਹੁਣ ਬੀਤੇ ਕੁਝ ਦਿਨ ਪਹਿਲਾਂ ਹਨੇਰੀ ਚੱਲੀ ਜਾਂ ਬਹੁਤ ਜ਼ਿਆਦਾ ਮੀਂਹ ਪਿਆ, ਉਹਨੇ ਇਸ ਦਾ ਕਾਫੀ ਨੁਕਸਾਨ ਵੀ ਕੀਤਾ। ਇਸ ਸਾਰੇ ਨੁਕਸਾਨ ਨੂੰ ਲੈ ਕੇ ਫਿਰ ਵੀ ਟੀਚਰ ਜਿਹੜੇ ਨੇ ਚਿੰਤਾ ਦੇ ਵਿੱਚ ਨਹੀਂ ਨੇ, ਕਿਉਂਕਿ ਉਹਨਾਂ ਦੇ ਪੂਰੇ ਐਫਰਟਸ ਨੇ ਇਹਨਾਂ ਬੱਚਿਆਂ ਦੇ ਪ੍ਰਤੀ ਇੰਨੀ ਸੋਚ ਹੈ ਉਹਨਾਂ ਦੀ ਕਿ ਉਹ ਆਪਣੇ ਪੱਲਿਓਂ ਪੈਸੇ ਖਰਚ ਕੇ ਇਸ ਸਾਰਾ ਪ੍ਰਬੰਧ ਕਰਦੇ ਨੇ, ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਇਸ ਸੇਵਾ ਦੇ ਵਿੱਚ ਚੰਗੀ ਤਰ੍ਹਾਂ ਲੱਗੇ ਹੋਏ ਨੇ, ਦਿਲੋਂ ਲੱਗੇ ਹੋਏ ਨੇ। ਸੋ ਆਓ ਮਿਲਾਉਂਦੇ ਹਾਂ ਉਹਨਾਂ ਬੱਚਿਆਂ ਨਾਲ, ਉਹਨਾਂ ਅਧਿਆਪਕਾਂ ਨਾਲ, ਤੇ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕਿ ਉਹਨਾਂ ਨੇ ਇਸ ਜਿਹੜਾ ਇਹ ਚੱਲ ਰਿਹਾ ਹੈ, ਸਕੂਲ ਚੱਲ ਰਿਹਾ ਹੈ, ਇਹਦੇ ਨਾਲ ਕਿਵੇਂ ਜੁੜੇ। तो एक टेंट लगाया। टेंट में जो डंडे होते हैं, बांस और वगैरह वगैरह, जिससे हम बड़ा स्कूल बना सकते, जिसमें हमारे 100-200 बच्चे आ सके जी। धीरे धीरे जब हमने पढ़ाना शुरू किया, उसमें लगभग 200 बच्चे आ गए जी। यानी कि मैनू 5 साल हो गए इतने बच्चों को स्टडी करवाते हुए जी। सो इन्हां बिना मैं रह नहीं सकती जी। एक दिन देखे बिना यानी कि वो दिल में सुकून नहीं मिलता जो इन्होंने देख के मिलता है ना। ਤੇ ਇੱਥੇ ਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਵਧੀਆ ਹੈ ਕਿ ਮਤਲਬ ਸ਼ੁਰੂ ਤੋਂ ਹੀ ਮੈਂ ਚਾਹੁੰਦੀ ਸੀਗੀ ਕਿ ਮਤਲਬ ਇਸ ਲਾਈਨ 'ਚ ਜਾਵਾਂ, ਸਮਾਜ ਸੇਵਿਕਾ, ਬੱਚਿਆਂ ਨੂੰ ਪੜ੍ਹਾਉਣਾ, ਮਤਲਬ ਟੀਚਰ ਬਣਨਾ ਮੇਰਾ ਏਮ ਸੀਗਾ ਜੀ। ਬੜਾ ਬਹੁਤ ਡਿਫਿਕਲਟ ਸੀਗਾ ਇੱਥੇ ਕੰਮ ਕਰਨਾ। ਮਤਲਬ ਕਿੱਥੇ ਅਸੀਂ ਸਾਫ ਸੁਥਰੇ ਏਰੀਆ 'ਚ ਰਹਿੰਦੇ ਸੀਗੇ, ਕਿੱਥੇ ਮਤਲਬ ਝੁੱਗੀਆਂ 'ਚ ਜਾਣਾ, ਬੱਚੇ ਇਕੱਠੇ ਕਰਨੇ, ਬਹੁਤ ਟਫ ਸੀਗਾ। ਅਸੀਂ ਸਵੇਰੇ ਬੱਚਿਆਂ ਨੂੰ ਜਦੋਂ ਆਉਂਦੇ ਹਾਂ ਸਕੂਲ, ਪਹਿਲਾਂ ਬੱਚਿਆਂ ਕੋਲ ਜਾਂਦੇ, ਉਹਨਾਂ ਨੂੰ ਉਠਾਉਂਦੇ ਹਾਂ ਘਰੋਂ, ਤੇ ਫਿਰ ਉਹਨਾਂ ਨੂੰ ਨੁਹਾਉਂਦੇ ਵੀ ਹਾਂ। ਜਿਹੜਾ ਬੱਚਾ ਘਰੋਂ ਨਹੀਂ ਨੁਹਾ ਕੇ ਆਉਂਦਾ ਅਸੀਂ ਉਰੇ ਨੁਹਾਉਂਦੇ ਹਾਂ, ਤੇ ਉਹਨਾਂ ਨੂੰ ਕੰਘੀ ਵਗੈਰਾ ਕਰਦੇ ਹਾਂ, ਨੇਲ ਕੱਟ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਆਪਣੀ ਸਟੱਡੀ ਸਟਾਰਟ ਕਰਦੇ ਹਾਂ। ਸੋ ਅੱਜ ਸਾਡੇ ਨਾਲ ਨੇ ਖਾਸ ਤੌਰ ਤੇ ਮਿਸਟਰ ਆਕਾਸ਼ ਜੀ, ਜਿਨ੍ਹਾਂ ਨੇ ਇਸ ਸਕੂਲ ਦੀ ਸ਼ੁਰੂਆਤ ਕੀਤੀ। ਤੇ ਜੇਕਰ ਗੱਲ ਕਰੀਏ, ਇਹਨਾਂ ਨਾਲ ਸਾਡੀ ਗੱਲ ਹੋ ਰਹੀ ਸੀ ਤਾਂ ਇਹਨਾਂ ਨੇ ਦੱਸਿਆ ਕਿ 2008 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ, ਤੇ ਇਸ ਤੋਂ ਬਾਅਦ ਦੀਆਂ ਹੁਣ ਤੱਕ ਦੀਆਂ ਸਾਰੀਆਂ ਜਾਣਕਾਰੀਆਂ ਅਸੀਂ ਆਕਾਸ਼ ਜੀ ਤੋਂ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਆਕਾਸ਼ ਜੀ ਤੁਹਾਡਾ ਹੋਸਟ ਪੰਜਾਬ ਟੀਵੀ ਦੇ ਵਿੱਚ। ਥੈਂਕ ਯੂ ਸਰ। ਆਕਾਸ਼ ਜੀ, ਤੁਸੀਂ ਇਹ ਸਕੂਲ ਚਲਾ ਰਹੇ ਹੋ, ਜਿਵੇਂ ਤੁਸੀਂ ਦੱਸ ਰਹੇ ਸੀ 2008 ਦੇ ਵਿੱਚ ਤੁਸੀਂ ਇਹਦੀ ਸ਼ੁਰੂਆਤ ਕੀਤੀ। ਤੁਸੀਂ ਸਾਨੂੰ ਪਹਿਲਾਂ ਇਹ ਜਾਣਕਾਰੀ ਦਿਓ ਕਿ ਤੁਸੀਂ ਬਾਏ ਪ੍ਰੋਫੈਸ਼ਨਲ ਕੀ ਕੰਮ ਕਰਦੇ ਹੋ, ਤੇ ਇਸ ਦੇ ਬਾਰੇ ਤੁਹਾਡੀ ਸੋਚ ਕਿਵੇਂ ਆਈ ਕਿ ਇਸ ਤਰ੍ਹਾਂ ਦਾ ਇੱਕ ਸਕੂਲ ਸ਼ੁਰੂ ਕੀਤਾ ਜਾਣਾ ਚਾਹੀਦਾ। ये सोच तो मेरे जब मैं स्कूल में ही था तब से ही ये मेरी सोच थी जी कि मैं मतलब सोशल वर्क का काम करूं जी। और जिस समय मैं कॉलेज में था उस समय भी मेरे मन में आया कि ये मैं स्कूल चले शुरू करें। इसके बाद मैं सोशल वर्क भी कर रहा था और अपना प्राइवेट काम भी कर रहा था जी। तो एक दिन मैं ऐसे ही पटियाला में अपने बाइक पे घूम रहा था जी, और घूमते हुए मैंने कुछ बच्चों को देखा जो लाल बत्तियों पे भीख मांग रहे थे जी। तो भीख मांगते हुए जब मैंने उनको देखा तो मेरे मन में आया कि क्यों ना मैं इनसे कुछ बात करूं जी। तो मैंने एक बच्चे को बुलाया और वो लड़की थी जी। मैंने जब उसको बुलाया अपने पास, मैंने बोला बेटा इधर आना, और वो मेरे पास आई। तो मैंने उनको पूछा बेटा आप स्कूल में नहीं जाते, आप स्कूल नहीं पढ़ते जी।
तो उसने बोला नहीं मैं स्कूल नहीं पढ़ती हूँ, सिर्फ भीख मांगती हूँ। जी तो मैंने बोला क्यों, स्कूल आप पढ़ना चाहते क्या? जी तो वो लड़की ने बोला हाँ मैं स्कूल तो पढ़ना चाहती हूँ, जी लेकिन मुझे कोई भेजने वाला नहीं है और मैं तो सिर्फ भीख मांगती हूँ और मेरा पापा तो कूड़ा बीनता है। जी तो मुझे बहुत अच्छा लगा और मेरे अंदर एक जिज्ञासा आई, जी एक मन में एक जिज्ञासा आई, क्यों ना इनकी डिजायर को, इन बच्चों की इच्छाओं को हम पूरा करें। जी सो मैंने उस बच्ची को पूछा कि आप कहाँ पर रहते हैं? तो उसने बोला कि मैं तो ट्रैक्टर मार्केट में रहती हूँ। जी तो फिर मैं दूसरे दिन अपनी वाइफ को बात किया और बात करने के बाद मैंने अपनी वाइफ को बोला क्यों ना हम ऐसा ऐसा स्कूल शुरू जी। करें, और मैंने एक बच्ची से बात कर रखी है। जी। तो बोला ठीक है, बहुत जी। वो मतलब मेरी वाइफ भी बहुत ज़्यादा खुश हुए। जी फिर दूसरे दिन मैंने बाइक उठाई और मैं अपनी वाइफ के साथ जब मैं ट्रैक्टर मार्केट पहुंचा और वहाँ मैंने जब बात करी जी कि यहाँ पे अगर हम कितने बच्चे हैं जो स्कूल जाना चाहते हैं, जी वहाँ पे बहुत सारे बच्चे थे। उन्होंने बोला मैं पढ़ना चाहते जी। हैं, पढ़ना चाहती जी। हूँ। छोटे छोटे बच्चे थे। फिर मैंने पेरेंट्स लोगों से बात करी तो कुछ पेरेंट्स लोग एग्री थे, कुछ लोग नहीं थे एग्री। जी तो जो एग्री थे नहीं थे फिर ये 2008 की बात है। जी 2008 में मैंने और मेरी वाइफ ने एक कीकर के पेड़ के नीचे जी स्कूल शुरू किया। 2008 लगभग अगस्त का महीना था। जी मैंने उस समय शुरू किया पेड़ के नीचे। पहले दिन 20 बच्चे आए स्कूल, जी और उन्हीं में से वो लड़की भी आई जी जो मतलब मुझे भीख मांगते हुए मिली, जी वो भी स्कूल में आई। और फिर मैंने जब शुरू किया तो 20 बच्चों को मैंने पढ़ाया, और दूसरे दिन जब मैं स्कूल में गया वो पेड़ के नीचे जी मैंने देखा लगभग 80 बच्चे थे। जी क्या इट बात इज वेरी मतलब मेरा बिल्कुल ट्रू स्टोरी है। है। जी मैं और मेरी वाइफ ने बहुत इंटरेस्ट से वहाँ पढ़ाना शुरू किया। जी 2-3 दिन पढ़ाने के बाद कुछ लोगों ने उधर नदी बहती है उधर, जी तो नदी के किनारे से 2-3 लोग जा रहे थे। जी तो उन्होंने देखा अरे ये तो स्लम, ये झुग्गी में तो हाँ जी। स्कूल चल रहा है। जी तो फिर उन्होंने मुझे बहुत इंकरेजमेंट किया। जी दूसरे दिन क्या हुआ, वो लोग मेरे लिए कापी, पेंसिल जी। जो बच्चों को बांटने के लिए थे, जी लगभग उन्होंने 20 से 25 जी कॉपी दी, पेंसिलें दी हैं। जी फिर उन्होंने बोला कि सर जी अगर आप पढ़ाएंगे मैं आपकी बीच बीच में मदद भी करूंगा। जी तो मैंने देखा, और इसके बाद लगभग मैंने 5 से 6 महीना जी। कीकर के पेड़ के नीचे पढ़ाया। जी इसके बाद किसी ने मुझे सजेशन दिया, जी। ट्रैक्टर मार्केट में ही जी। कुछ लोगों ने सजेशन दिया कि सर जी यहाँ पे एक स्कूल वो जगह पड़ी है, क्यों ना आप एक छोटा सा स्कूल बना लीजिए। जी तो मेरे मन में भी मेरे दिल मेरे अंदर भी आया जी। कि अच्छा होगा, क्योंकि बारिश धूप ठंड, अच्छा होगा कि यहाँ पे हम एक छोटा सा स्कूल बनाएं। जी तो मैंने मटेरियल स्टार्ट किया, और उसमें ये जो जैसे झुग्गी बनती है जी बिल्कुल झुग्गी के जैसा ही मैंने बनाया। जी तो एक टेंट लगाया, टेंट में जो डंडे होते हैं बांस और वगैरह वगैरह, जी। जिससे हम बड़ा स्कूल बना सकते जिसमें हमारे 100-200 बच्चे आ सकें। जी धीरे धीरे जब हमने पढ़ाना शुरू किया उसमें लगभग 200 बच्चे आ गए। जी कुछ समय के बाद फिर पढ़ाने के बाद 200 बच्चों में से 5th क्लास तक, जी 0 से लेके या नर्सरी से लेके जी। मैंने 5th क्लास तक स्कूल शुरू किया। जी जब कुछ समय हुआ और बच्चों को मैंने देखा कि बहुत अच्छा ग्रोथ जी। है और उनके अंदर बहुत ज़्यादा टैलेंट भी था। जी मैंने देखा कि वो बच्चे पढ़ने में भी बहुत अच्छे थे, जी डांस करने में भी बहुत अच्छे थे, स्टोरी टेलिंग में बहुत अच्छे वो बच्चे थे। जी और बहुत सारी ऐसी चीज़ें उनके अंदर मैंने देखा, उनके अंदर बहुत सारी खूबियाँ, एक अच्छी खूबियाँ भी थी। जी फिर धीरे धीरे जब मैंने देखा कि कुछ बच्चे बहुत ज़्यादा होशियार हैं, जी। फिर मैंने सरकारी स्कूल में उनको भेजना
शुरू किया जी सरकारी स्कूल में भेजना शुरू किया, वहाँ पढ़ रहे थे, हमारे पास भी पढ़ रहे थे जी उधर भी जा रहे थे। फिर और भी उनमें में से कुछ बच्चे टैलेंटेड थे जी फिर मैंने अपनी मैडम जी से बात किया, अपनी वाइफ से जी कि यार ये बच्चे बहुत अच्छा पढ़ते हैं, इनके लिए कुछ तो करो, जी क्यों ना हम इन बच्चों को अडॉप्ट कर लें। जी तो मेरी कमाई का जो भी मैं कमाता हूँ जी 80% मैं ये बच्चों के लिए खर्च करती हूँ। जी तो मेरी मैडम जी ने थोड़ा सा सोचा और इसके बाद वो भी बहुत एक्साइटेड हुए। जी हमने उन बच्चों को क्या किया, अपने घर में ही रख लिया। ਜੀ ਪਰ ਮੈਂ ਇੱਥੇ 1 ਮਿੰਟ ਲਈ ਤੁਹਾਨੂੰ ਰੋਕਣਾ ਚਾਹਾਂਗਾ ਕਿ ਅਕਸਰ ਦੇਖਿਆ ਗਿਆ ਹੈ ਕਿ ਲੇਡੀਜ਼ ਜਿਹੜੀਆਂ ਨੇ ਇਸ ਦੇ ਪ੍ਰਤੀ ਨਹੀਂ ਹੁੰਦੀਆਂ, ਕਿਉਂਕਿ ਆਮ ਕਰਕੇ ਪੰਜਾਬ ਦੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਲੇਡੀਜ਼ ਨੂੰ ਜ਼ਿਆਦਾ ਹੁੰਦਾ ਕਿ ਅਸੀਂ ਆਪਣਾ ਘਰ ਸਵਾਰ ਲਈਏ ਜਾਂ ਜੇਕਰ ਸਾਡੇ ਆਪਣੇ ਬੱਚੇ ਨੇ ਤਾਂ ਅਸੀਂ ਉਹਨਾਂ ਦਾ ਭਵਿੱਖ ਸੁਧਾਰ ਲਈਏ। ਤਾਂ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਡੀ ਵਾਈਫ ਜਿਹੜੀ ਬੜੀ ਐਕਸਾਈਟਡ ਸੀਗੇ ਇਹਨਾਂ ਇਸ ਪ੍ਰਤੀ ਲੈ ਕੇ, ਕਿ ਉਸ ਟਾਈਮ ਕਿਤੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਅਸੀਂ ਆਪਣੇ ਘਰ ਪ੍ਰਤੀ ਜਾਂ ਆਪਣੇ ਪ੍ਰਤੀ ਕੁਝ ਪੈਸਾ ਚੰਗਾ ਜੋੜ ਲਈਏ ਵੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਆਊਗਾ, ਵੀ ਇਹਨਾਂ ਬੱਚਿਆਂ ਤੇ ਕਿਉਂ ਅਸੀਂ ਲਾਈਏ? ये भी है मतलब मन में तो आया होगा, लेकिन फिर भी उनके अंदर एक कहीं ना कहीं जिज्ञासा थी जी और उनके अंदर भी मतलब एक दूसरों के प्रति बहुत दया भी है, जी दूसरों के लिए बहुत अच्छा भी सोचती हैं। जी तो इसलिए उन्होंने मुझे परमिशन दिया जी और कि अच्छा होगा हम दोनों साथ साथ में ये काम करेंगे। जी ज़्यादा उनके अंदर ऐसा तो कुछ नहीं आया, क्योंकि वो भी मतलब एक सोशलाइज हैं, वो भी एक पढ़े लिखे हैं और वो भी सेवा का हृदय रखते हैं, दूसरों के प्रति बहुत दयालु भी हैं। जी तो इसलिए उनके मन में ज़्यादा तो ऐसा तो कुछ नहीं आया था, लेकिन उन्होंने हमें परमिशन दिया। ਜੀ ਅਸੀਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਅਸੀਂ ਇਹਨਾਂ ਨਾਲ ਪਹਿਲਾਂ ਗੱਲ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਖੁਦ ਇਹ ਇੱਕ ਕਾਲਜ ਦੇ ਵਿੱਚ ਜਿਹੜੇ ਨੇ ਪੁਣੇ ਉੱਥੇ ਪ੍ਰੋਫੈਸਰ ਨੇ, PhD ਕੀਤੀ ਹੋਈ ਹੈ ਇਹਨਾਂ ਨੇ ਤੇ ਪ੍ਰੋਫੈਸਰ ਨੇ, ਤੇ ਇੱਥੇ ਆ ਕੇ ਇਹਨਾਂ ਨੇ ਨਿਸ਼ਚਾ ਮਿੱਥਿਆ ਤੇ ਉਹਨਾਂ ਬੱਚਿਆਂ ਨਾਲ ਜਿਹੜੇ ਬੱਚੇ ਜੇਕਰ ਅਸੀਂ ਗੱਲ ਕਰੀਏ ਸਲਮ ਏਰੀਆ, ਤਾਂ ਸਲਮ ਏਰੀਆ ਦੇ ਵਿੱਚ ਜਿਹੜੇ ਨੇ ਉਹ ਲੋਕ ਤਕਰੀਬਨ ਕੂੜਾ ਚੁਗਦੇ ਨੇ ਜਾਂ ਉਹ ਲੋਹਾ ਇਕੱਠਾ ਕਰਦੇ ਨੇ ਤੇ ਉਹ ਦਿਨ 'ਚ ਕਿੰਨਾ ਕੁ ਚੁਗਿਆ ਜਾਵੇ ਜਾਂ ਕਿੰਨਾ ਕੁ ਲੋਹਾ, ਉਹਦੀ ਕੋਈ ਮਿਆਦ ਨਹੀਂ ਹੁੰਦੀ, ਉਹਦਾ ਕੋਈ ਪੈਮਾਨਾ ਨਹੀਂ ਹੁੰਦਾ, ਤੇ ਉਹਦੇ ਉਸ ਤੋਂ ਬਾਅਦ ਉਹਨੂੰ ਵੇਚਣ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਰੋਟੀ ਮਿਲੇ ਜਾਂ ਨਾ ਮਿਲੇ ਇਹ ਵੀ ਨਹੀਂ ਕਿਹਾ ਜਾ ਸਕਦਾ। ਤੇ ਉਹਨਾਂ ਪ੍ਰਤੀ ਇੰਨਾ ਕੁਝ ਸੋਚਣਾ ਸ਼ਾਇਦ ਇੱਕ ਮਤਲਬ ਬਹੁਤ ਹੀ ਚੰਗੀ ਗੱਲ ਹੈ, ਬਹੁਤ ਕਾਬਿਲੇ ਤਾਰੀਫ ਗੱਲ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੇ ਸਲਮ ਏਰੀਆ ਦੇ ਵਿੱਚ ਗਏ, ਕਿਉਂਕਿ ਹੁਣ ਜਿਵੇਂ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਲੱਕੜ ਮੰਡੀ ਦੇ ਨਾਲ ਜਿਹੜਾ ਬਿਲਕੁਲ ਹੀ ਏਰੀਆ ਪੈਂਦਾ ਜਿੱਥੇ ਇਸ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਗਰੀਬੀ ਹੈ, ਤੇ ਉੱਥੇ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਗਰਾਊਂਡ ਦੇ ਵਿੱਚ ਲੈ ਕੇ ਆਉਣਾ, ਇਸ ਤਰ੍ਹਾਂ ਇੱਕ ਛੋਟਾ ਸਕੂਲ ਬਣਾ ਕੇ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਕਿੰਨਾ ਕੁ ਔਖਾ ਸੀ ਇਹ ਉਸ ਟਾਈਮ? मेरे लिए बहुत मुश्किल था, क्योंकि शुरू में एक तो मैं हिंदी बोलता हूँ पंजाब में, क्योंकि मैं मतलब आउट ऑफ पंजाब से हूँ जी। इनके साथ बात करना भी बहुत मुश्किल है, क्योंकि अगर ये बोलते अगर हमारे बच्चे कूड़ा बीनने नहीं जाएंगे या भीख मांगने नहीं जाएंगे तो हम लोग खाएंगे क्या जी। तो कभी कभी तो स्कूल से भी उठा के ले जाते थे, हम पढ़ा रहे होते थे, चल मतलब जाके कुछ मांगना है या कूड़ा बीनना है। शुरू में बहुत दिक्कत लगी, इनके साथ कम्युनिकेशन करना थोड़ा मुश्किल था, लेकिन एक मैं एक चीज़ बहुत इम्पोर्टेंट बताना चाहता सर जी। ये जो लकड़ मंडी है जी, यहाँ पे ना तो इनके दादा पढ़े लिखे थे जी, ना इनके कोई भी पूर्वज पढ़े लिखे नहीं थे जी। इनकी जो ये जनरेशन है, सेकंड वाली जनरेशन है जी, वो लोग भी कभी भी स्कूल नहीं गए जी, और ये जो थर्ड जनरेशन है ये लोग भी कभी स्कूल नहीं जा रहे थे जी। तो यहाँ पे मेरे लिए एक ये बोलेंगे बहुत सौभाग्य की बात जी, सौभाग्य की बात भी थी और एक मैं प्राउड भी कर रहा था कहीं ना कहीं कि मतलब ये फर्स्ट जनरेशन है जिसके लिए मैं मतलब एक अच्छा काम करने जा रहे हैं, क्योंकि पढ़ाई एक ऐसी चीज है जो हमारे देश को, हमारे समाज को, अपने आप को हम उठा सकते हैं जी। पढ़ाई का मतलब ये नहीं है कि मतलब मैं नौकरी करूं या नौकरी नहीं है, लेकिन एक सेल्फ एक कॉन्फिडेंस भी होता है। अगर एजुकेशन है तो मतलब एक सेल्फ कॉन्फिडेंस होता है, कॉन्फिडेंस होता है। दूसरा, हम अपने समाज को ऊपर उठा सकते हैं, और अगर पढ़ा लिखा समाज है तो बात करने का तरीका, लोगों के साथ बातचीत
किस ढंग से करना, वो भी सीख जाते बच्चे। तो एजुकेशन ये मेरे लिए एक बहुत मतलब एजुकेशन देना एक प्राउड की बात थी। और वो भी उन लोगों के लिए जो फर्स्ट जनरेशन है जी, जिनके पूर्वज भी कभी नहीं गए, उसके लिए और भी मेरे लिए एक सर प्राउड की बात थी। आज मुझे 2008 से काफ़ी ऐसी मुश्किलें भी आई हैं। बहुत बार यहाँ ये भी बोला गया है कि मतलब ये स्कूल हटा लो, बहुत बार बताया भी गया बंद करने के लिए, लेकिन मैंने ये काम बंद नहीं किया। ਜੀ ਜਿਸ ਤਰ੍ਹਾਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ 3 ਸਾਲ ਤੋਂ ਲੈ ਕੇ 30 ਸਾਲ ਦੇ ਬੱਚਿਆਂ ਨੂੰ ਵੀ ਪੜ੍ਹਾਇਆ ਹੈ जी ਇਹਦੇ ਵਿੱਚ ਕੁਝ ਔਖਾ ਨਹੀਂ ਲੱਗਿਆ ਕਿ ਚਲੋ 3 ਸਾਲ 5 ਸਾਲ 10 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਤਾਂ ਪੜ੍ਹਾਉਣਾ ਇੱਕ ਅਧਿਆਪਕ ਲਈ ਬੜੀ ਨਾਰਮਲ ਜੀ ਗੱਲ ਹੋ ਜਾਂਦੀ ਹੈ, ਜਾਂ ਥੋੜਾ ਬਹੁਤਾ ਔਖਾ ਸੌਖਾ ਪੜ੍ਹਾ ਵੀ ਲੈਂਦਾ, ਪਰ ਉਸ ਤੋਂ ਵੱਡੀ ਉਮਰੇ ਵਾਲੇ ਬੱਚਿਆਂ ਨੂੰ ਇਸ ਤਰ੍ਹਾਂ ਪੜ੍ਹਾਉਣਾ ਉਹ ਕਿੰਨਾ ਕੁ ਔਖਾ ਲੱਗਿਆ ਜਾਂ ਠੀਕ ਰਿਹਾ? अगर हम देखेंगे कि सुबह में हमारा ये सुबह 9 बजे से लेकर 12 बजे तक स्कूल हो रहा था बच्चों के लिए जी। तो मेरे पास उसी पीरियड में एक लड़का आया, लगभग होगा 25-26 साल का जी। वो आया, सर जी मुझे भी स्कूल मुझे भी पढ़ना सिखा दो, मुझे भी नहीं आता है जी। तो मेरे मन में आया कि ये बड़े बच्चों के साथ बिठाना तो थोड़ा मुश्किल है जी क्यों ना हम एक शाम का स्कूल करें जी। क्योंकि वो सारे दिन सुबह वो चले जाते हैं कूड़ा बीनने के लिए या अपना कारोबार करने के लिए या मेहनत मजदूरी करने के लिए वो चले जाते थे। तो फिर मैंने पता किया और हर एक स्लम झुग्गी में मैं गया जी। और वहाँ पे मैंने एक सर्वे किया जी। कि कितने लोग हैं जो मतलब यूथ जी 18 साल से लेकर 30 साल तक जी कितने एक ऐसे हैं। वैसे तो मैंने 14 साल से शुरू किया था, 14 साल से लेकर 30 साल तक जी। कितने ऐसे बच्चे हैं या बड़े हैं जो इंटरेस्टेड हैं पढ़ने में। तो जब मैंने सर्वे किया तो लगभग उसमें 60 से 70 लोग थे जी। तो अब वो टाइमिंग की थोड़ी समस्या थी जी। टाइमिंग की कैसी समस्या थी क्योंकि वो दिन में जा रहे थे काम करने जी। और मैं दिन में यहाँ पढ़ा भी रहा था और अपने भी मुझे काम करने होते हैं क्योंकि मुझे भी अपना नौकरी करना है, प्राइवेट वर्क भी करना है, काम भी करना है जी। तो फिर मैंने अपनी मैडम जी को बताया कि कौन सा टाइम बेस्ट होगा इनको पढ़ाने के लिए क्योंकि बहुत दे आर वेरी इंटरेस्टेड जी। तो उन्होंने बोला आप क्या सोचते हैं अगर 8 बजे से शुरू करो शाम को। फिर मेरे मन में आया कि हाँ ये बात सही है। फिर मैं दूसरे दिन आया, इन जवानों से जब बात किया, अगर रियली आप लोग पढ़ना चाहते यहाँ पे एक बल्ब का बंदोबस्त करो तो उन्होंने फटाफट एक तार डाला और लाइट लगाई और मैंने उस स्कूल को 8 बजे से लेकर 10 बजे तक पढ़ाना शुरू किया। उसमें पहले में लगभग हमारे 25 से 30 स्टूडेंट थे जी। जो 14 साल से लेकर 30 साल तक के थे जी। और जो 30 साल तक के थे मैंने एक चीज देखा बहुत इंटरेस्टिंग था, वो 30 साल के बच्चों जो थे पढ़ने वाले उनके भी बच्चे सुबह आते थे पढ़ने के लिए। तो बाप भी पढ़ रहा था, बेटा भी पढ़ रहा था, तो बड़ी इंटरेस्टिंग कहानी थी। जब मैंने एग्जाम लिया तो बेटा भी एग्जाम दे रहा था और पिता भी एग्जाम दे रहा था। तो ये मैंने देखा बहुत मतलब अच्छा एक्सपीरियंस था हमारा। तो लगभग मैंने इस ये लक्कड़ मंडी में लगभग मैंने 60-70 बच्चों को ऐसे हैं जिनको मैंने पढ़ाया जी। जिनको ये नहीं है कि मतलब उनको एक डिग्री मिल गई या 10 क्लास हो गए, 12 क्लास हो गए। सबसे पहले तो उनको मैंने यही सभ्यता सिखाई कि किस रीति से बैठना है, किस रीति से लोगों के साथ व्यवहार करना है। दूसरा फिर जाके मैंने उनको का खा गा एड़ा उड़ा पढ़ना सिखाया, ABCD उनको, और वो बड़े अच्छे से जल्दी सीख रहे थे। कभी कभी तो क्या हो रहा था, वो छोटे बच्चे पत्नियां घर में रोटी बना रही तो अपने गोद में भी बच्चे छोटे छोटे लेके आ रहे थे वो और पढ़ रहे थे। मुझे मतलब बहुत इंटरेस्टिंग भी था, भी था। ऑफ कोर्स सबसे ज़्यादा मुश्किल का बात था मेरे लिए टाइमिंग था। मेरे पास टाइम बहुत कम था, काम ज़्यादा था लेकिन टाइमिंग थी। तो मैंने लगभग उनको 3 से 4 साल तक उनको पढ़ाया। पढ़ने के बाद फिर
जब वो अच्छे से पढ़ना लिखना, जब किताब पढ़ने लगे, न्यूज़पेपर पढ़ने लगे, तब उनको मैंने हटा दिया जी। तो वो हट जाते हैं, फिर दूसरे लोग आ जाते हैं। ਇੱਥੇ ਅਸੀਂ ਦੱਸ ਦਈਏ ਕਿ ਆਕਾਸ਼ ਜੀ ਨੇ ਤਕਰੀਬਨ 3000 ਤੋਂ ਵੱਧ ਬੱਚਿਆਂ ਨੂੰ ਇਹ ਪੜ੍ਹਾ ਚੁੱਕੇ ਨੇ ਤੇ ਸਾਡੇ ਲਈ ਬੜੀ ਇੰਟਰਸਟਿੰਗ ਸਟੋਰੀ ਹੈ ਇਹ ਤੇ ਬੜੀ ਕਾਬਿਲੇ ਤਾਰੀਫ ਸਟੋਰੀ ਹੈ। ਤੇ ਹੁਣ ਅਸੀਂ ਹੋਰ ਅੱਗੇ ਜਾਣਦੇ ਹਾਂ। ਸਰ ਇਹਦੇ ਵਿੱਚ ਆਕਾਸ਼ ਜੀ ਇਹ ਦੱਸੋ ਕਿ ਜਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਾਂ 'ਚ ਇੱਕ ਮੈਥਡ ਹੁੰਦਾ ਹੈ ਨਾ ਕਿ ਫਸਟ ਕਲਾਸ ਨੂੰ ਇਹ ਪੜ੍ਹਾਉਣਾ ਹੈ, ਸੈਕਿੰਡ ਨੂੰ ਇਹ ਪੜ੍ਹਾਉਣਾ ਹੈ, ਥਰਡ ਨੂੰ ਇਹ ਪੜ੍ਹਾਉਣਾ ਹੈ, कि ਇੱਥੇ भी कुछ ऐसा ना मेथड यूज़ किया जाता है? जी, यहाँ पे है हमारा नर्सरी से लेकर 5th क्लास तक सिलेबस है जी, जो पंजाबी भी है, हिंदी भी है, इंग्लिश भी है जी। सो हम क्या करते हैं, इनको 1st से लेकर 5th तक जी। अगर ये इसका भी एक बैकग्राउंड है, अगर ये सीधा डायरेक्ट, अगर सरकारी स्कूल यहाँ काफ़ी है ठीक है, लेकिन जब ये बच्चे वहाँ जाते हैं तो पढ़ नहीं पाते हैं जी। और सरकारी, मैं ये नहीं बोलता हूँ कि सरकारी स्कूल की हालत ठीक नहीं है जी। ये मैं नहीं कहना चाहता, क्योंकि ये लोगों के अंदर डिसिप्लिन नहीं है जी। क्योंकि वहाँ पे काफ़ी मतलब अलग अलग बैकग्राउंड के बच्चे पढ़ते हैं जी। तो ये उनके साथ मैच नहीं करते हैं जी। मैच इसलिए नहीं करते क्योंकि ये तो खुलने वाले हैं, हाँ, जहाँ मर्जी आए वहाँ गए, मैडम की बात मानी नहीं मानी। तो यहाँ पे सबसे पहले मैं बेसिक चीज़ें यही सिखाता हूँ, बैठना उठना, ड्रेसिंग करना, बातचीत करना, ये चीजें हम सिखाते हैं। इसके बाद फिर हम 5th क्लास तक सिलेबस देते हैं। 5th क्लास जब ये लोग यहाँ से जब अच्छे से कर लेते हैं, फिर हम सरकारी स्कूल में इनको भेजते हैं। और अगर सरकारी स्कूल में एडमिशन नहीं होते हैं तो फिर हम खुद उनके बीच में जाते हैं कि मैडम जी प्लीज़ इनका एडमिशन कर लीजिए, या फिर हमारे स्कूल की जो टीचर्स हैं उनको भी मैं भेजता हूँ कि जाके उनकी मदद करो ताकि उनका एडमिशन हो। फिर मेरे पास एक मेरी ग्रेस सेवा समिति जो सोसाइटी हमने रजिस्टर किया, उसी के बेस पे या उसी के आधार पे मैं एक 60 बच्चों का एक रिपोर्ट कार्ड बनाते हैं और वो हम दे के स्कूल में भेजते हैं जी। तो उसके आधार पर फिर सरकारी स्कूल में 5th क्लास से उनको एडमिशन देते हैं जी। इस तरह ही अगर ਅਸੀਂ ਗੱਲ ਕਰੀਏ ਨਾ ਤਾਂ ਹੁਣ ਤਕਰੀਬਨ ਜਿਹੜਾ ਸਰਕਾਰੀ ਸਕੂਲਾਂ ਦਾ ਮਿਆਰ ਹੈ ਬਹੁਤ ਚੰਗਾ ਹੋ ਚੁੱਕਿਆ ਹੈ ਤੇ ਬਹੁਤ ਜ਼ਿਆਦਾ ਇਸ ਸਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੇ ਇਸ ਦੇ ਮੁਖੀ ਨੇ ਕ੍ਰਿਸ਼ਨ ਕੁਮਾਰ ਜੀ ਐਜੂਕੇਸ਼ਨ ਦੇ, ਉਹਨਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਸਰਕਾਰੀ ਸਕੂਲਾਂ ਦੇ ਬੜੇ ਵਿੱਚ ਚੰਗਾ ਕੰਮ ਕੀਤਾ ਹੈ। ਉਹਨਾਂ ਦਾ ਮਿਆਰ ਚੰਗਾ ਕੀਤਾ, ਉਹਨਾਂ ਦੀਆਂ ਪੜ੍ਹਾਈਆਂ ਚੰਗੀਆਂ ਕੀਤੀਆਂ ਨੇ ਤਾਂ ਜੋ ਜਿਹੜੇ ਬੱਚੇ ਨੇ ਇਸ ਤਰ੍ਹਾਂ ਦੇ ਗਰੀਬ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਹੋਰ ਵਧੀਆ ਪੜ੍ਹ ਸਕਣ। ਤੇ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹਨਾਂ ਦੇ ਵਿੱਚ ਡਿਸਿਪਲਿਨ ਨਹੀਂ ਹੁੰਦਾ, ਕਿਉਂਕਿ ਬਿਲਕੁਲ ਹੀ ਹੈ ਵੀ ਜੇਕਰ ਇਹਨਾਂ ਦੇ ਮਾਪੇ ਨਹੀਂ ਪੜ੍ਹੇ ਤਾਂ ਇਹਨਾਂ ਨੂੰ ਉਸ ਚੀਜ਼ ਨੂੰ ਲੈ ਕੇ ਤਿਆਰ ਕਰਨਾ ਬੜਾ ਔਖਾ ਹੈ। ਤੇ ਇੱਕ ਗੱਲ ਅਸੀਂ ਪ੍ਰੋਫੈਸਰ ਸਾਹਿਬ ਬਾਰੇ ਹੋਰ ਦੱਸ ਦਈਏ, ਜਿਵੇਂ ਸਾਡੇ ਨਾਲ ਜ਼ਿਕਰ ਕਰ ਰਹੇ ਸੀ ਤੇ ਇਹਨਾਂ ਨੇ 12 ਬੱਚੇ ਜਿਹੜੇ ਨੇ ਅਡਾਪਟ ਵੀ ਕੀਤੇ ਹੋਏ ਨੇ, ਤਾਂ ਉਹ 12 ਬੱਚੇ ਜਿਹੜੇ ਅਡਾਪਟ ਕੀਤੇ ਨੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਕਿ ਉਹਨਾਂ ਦਾ ਤੁਸੀਂ ਕੀ ਜਿਹੜਾ ਹੈਗਾ ਧਿਆਨ ਰੱਖਦੇ ਹੋ ਤੇ ਉਹ ਉਹਨਾਂ ਲਈ ਕੀ ਕਰ ਰਹੇ ਹੋ। एक्चुअली जो मैंने 12 बच्चे इधर स्लम से ही निकाले हैं जी, यही झुग्गी झोपड़ी में कूड़ा बीन रहे थे जी, यहीं से जो अच्छे पढ़ने में थे जी। तो इन्हीं में से मैंने कुछ बच्चों को चुना जो 10-12 के लगभग हैं जी। तो अभी कोई बच्चा तो +2 कर चुका है जी, कोई बच्चा मेरा BBA कर रहा है जी। तो अभी CGC जो चंडीगढ़ है जी, लांड्रा में जी, एक बच्चा मेरा वहाँ पढ़ रहा है जी। क्या बात। और एक 3 लड़के जो हैं, एक 11th में है जी, एक बच्चा 11th में, एक 10th में है जी, एक 9th में है जी, जो सेंट जेवियर में पढ़ता है जी। क्या और हमारे सारे बच्चे सेंट जेवियर से ही पढ़े लिखे हैं जी। और जो हमारे खुद के बच्चे हैं वो भी सेंट जेवियर के ही हैं जी। तो उन्हीं में मैंने उनको डाला है। और इसके बाद हमारे पास 3-4 बेटियां हैं जी, हमारी लड़कियां हैं जी। तो उनको भी मैंने एक अच्छे स्कूल में डाला है जी। तो उनमें में से अभी एक हमारी लड़की का एडमिशन रिसेंटली मैंने कॉलेज में, अशोका कॉलेज है यहाँ पे पटियाला में, नर्सिंग कॉलेज है, उसमें मैंने अपनी एक बेटी का एडमिशन कराया नर्सिंग के लिए। वो भी इस साल +2 ख़त्म कर चुकी थी, इसके बाद वो मैंने अशोका में डाला। और एक बेटी मेरी थोड़ी पढ़ने में कमज़ोर थी जी। तो उसको मैंने चौरा, एक स्कूल है सरकारी स्कूल है, उसमें डाल रखा है। और एक बेटी मेरी सेंट मैरी स्कूल में पढ़ती है। क्या बात। इस सब ਦੇ ਵਿੱਚ ਆਕਾਸ਼ ਜੀ ਦੇਖੋ ਬੱਚੇ ਬਹੁਤ ਪੜ੍ਹ ਰਹੇ ਨੇ, ਇਹਨਾਂ ਉੱਤੇ ਕੁਝ ਨਾ ਕੁਝ ਤੁਸੀਂ ਖਰਚ ਵੀ ਕਰਦੇ ਹੋ
ਤੇ ਟੀਚਰ ਵੀ ਤੁਸੀਂ ਜਿਵੇਂ ਅਸੀਂ ਦੇਖਿਆ ਤਕਰੀਬਨ 4-5 ਇੱਥੇ ਟੀਚਰ ਵੀ ਪੜ੍ਹਾਉਂਦੇ ਨੇ। ਕੀ ਇਹਨਾਂ ਬੱਚਿਆਂ ਦੀ ਕੋਈ ਨੋਮੀਨਲ ਕੋਈ ਫੀਸ ਕੁਛ ਰੱਖੀ ਹੋਈ ਹੈ, ਕਿਉਂਕਿ ਟੀਚਰਾਂ ਨੂੰ ਵੀ ਪੇ ਕਰਨਾ ਹੈ, ਕਿਉਂਕਿ ਜਿਹੜੇ ਟੀचर्स ने ਉਹ ਤੁਹਾਡੇ ਨਾਲ सेवा के रूप में सेवा निभा रहे हैं? नहीं, हमारे साथ बिल्कुल हमारी टीचरें बिल्कुल सेवा कर रहे हैं हमारे साथ, और वो खुद कॉलेज में पढ़ते हैं, यूनिवर्सिटी कर रहे हैं, कोई बीए कर रहे हैं, कोई और आगे पढ़ाई भी कर रहे हैं। तो वो लोग हमारी सेवा स्कूल में हमारे साथ सेवा कर रहे हैं। यानी ये सारे बच्चे जेडे ने वो बिल्कुल ही फ्री दे तौर पे? बिल्कुल, हमारे बच्चे बिल्कुल फ्री पढ़ते, कोई फीस नहीं है जी। इसमें में से जो हमारी अपनी कमाई है जी, कोई संस्था की मदद नहीं है जी, और कोई पब्लिक का भी हमने ज़्यादा बात नहीं किया है, इसलिए पब्लिक का भी हमारे साथ कोई हेल्प नहीं है जी। ये मेरा अपना खुद का हम लोग अर्न करते हैं और खुद ही पढ़ाते हैं। इसलिए अगर कभी कभी होता है कि मैं अपने टीचरों की कभी कभी मदद करता हूँ फाइनेंशियली, जैसे इस कॉलेज की फीस देना है या वगैरह वगैरह कुछ चीज़ें ऐसी हो जाती है, मदद करता हूँ। बाकी हमारे टीचर अदरवाइज तुसी कहना चाहते हो भी बड़ियां सेवावां ਜਿਹੜੀਆਂ ਨੇ ਉਹ ਆਪਣੀਆਂ ਇੱਥੇ ਦੇ ਰਹੇ ਨੇ। ਖੈਰ ਬੜਾ ਔਖਾ ਹੈ ਇਸ ਤਰ੍ਹਾਂ ਦੇ ਸਕੂਲ ਚਲਾਉਣਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੇ ਆਕਾਸ਼ ਜੀ ਵਰਗੇ ਕਈ ਐਸੇ ਇਨਸਾਨ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਸੇਵਾਵਾਂ ਕਰ ਰਹੇ ਨੇ, ਪਰ ਅਕਸਰ ਲੋਕਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਹੁੰਦਾ। ਤੇ ਇੱਥੇ ਖਾਸ ਤੌਰ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਜਿਸ ਤਰ੍ਹਾਂ ਇਹ ਆਪਣੀ ਤਕਰੀਬਨ ਜਿਹੜੀ ਸੈਲਰੀ ਹੈ ਜਾਂ ਆਪਣੇ ਜੋ ਘਰ ਦਾ ਇਹ ਕਮਾਈ ਹੈ ਇਹਨਾਂ ਦੀ, ਉਹਦੇ ਵਿੱਚੋਂ 80% ਜਿਹੜਾ ਨੇ ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਲਈ ਖਰਚ ਕਰ ਰਹੇ ਨੇ। ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕੋਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਇਸ ਤਰ੍ਹਾਂ ਦੇ ਸਕੂਲਾਂ ਨਾਲ ਜ਼ਰੂਰ ਜੁੜਨ। ਇੱਥੇ ਖਾਸ ਤੌਰ ਤੇ ਗੁਜ਼ਾਰਿਸ਼ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋਕਾਂ ਨੂੰ ਅਜਿਹੀਆਂ ਸੰਸਥਾਵਾਂ ਅਜਿਹੇ ਸਕੂਲਾਂ ਨਾਲ ਜੁੜਨ ਦੀ ਜ਼ਰੂਰਤ ਹੈ। ਤੇ ਇਸ ਲਈ ਅਸੀਂ ਖਾਸ ਤੌਰ ਤੇ ਇਹ ਵੀ ਕਹਾਂਗੇ ਕਿ ਜੇਕਰ ਲੋਕ ਆਪਣੇ ਕੰਮਾਂ ਕਾਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਸਕੂਲਾਂ ਨਾਲ ਜੁੜ ਜਾਂਦੇ ਨੇ ਤਾਂ ਮੈਨੂੰ ਲੱਗਦਾ ਹੈ ਵੀ ਸ਼ਾਇਦ ਪੰਜਾਬ ਦੇ ਵਿੱਚ ਗਰੀਬੀ ਜ਼ਰੂਰ ਰਹੂਗੀ, ਪਰ ਜਿਹੜੀ ਪੜ੍ਹਾਈ ਦੀ ਹੈ ਨਾ ਉਹ ਗਰੀਬੀ ਨਹੀਂ ਰਹੂਗੀ। ਆਕਾਸ਼ ਜੀ, ਤੁਹਾਨੂੰ ਵੀ ਕੋਈ ਸੰਸਥਾਵਾਂ ਅਜਿਹੀਆਂ ਨੇ ਜਿਹੜੀਆਂ ਤੁਹਾਨੂੰ ਇਸ ਦੇ ਵਿੱਚ ਸਾਥ ਦਿੰਦੀਆਂ ਨੇ? संस्था तो नहीं मदद करती हैं, लेकिन जैसे ये अभी स्कूल चल रहा है, रोड से लोग आते जाते हैं तो वो कभी कदार कापी पेंसिल स्कूल में दे जाते हैं, और कभी कदार देखते हैं कि मतलब कुछ खाना बच्चों को दे के जाते हैं। तो मैं ये चाहता हूँ कि खाना तो ये खा लेंगे, पंजाब में खाने की कमी नहीं है, लेकिन ये जो आपने बात बोली एजुकेशन, ये सच बात है कि एजुकेशन बहुत पीछे है। अगर हम देखते हैं काफ़ी अगर बारीकी से अगर सर्वे करते हैं तो एजुकेशन सच में बहुत पीछे है पंजाब में। पंजाब में लोकल लोगों के लिए मैं नहीं बोल रहा हूँ, काफ़ी जैसे स्लम्स हैं, काफ़ी जो बहुत ज़्यादा मिडिल क्लास से जो बहुत ज़्यादा नीचे हैं, अगर हम देखते हैं, क्योंकि मैं बहुत अर्थ लेवल से मैं काम कर रहा हूँ, ये बिल्कुल नीचे होकर अगर मैं जब सर्वे करता हूँ, लोगों के पास जाता हूँ, एजुकेशन बहुत कम है, लड़कियों की भी एजुकेशन बहुत कम है। तो मैं चाहता हूँ कि प्लीज़ अगर ज़्यादा से ज़्यादा अगर हमारे देश को आगे बढ़ाना चाहते तो एजुकेशन बहुत ज़रूरी है। ਅਸੀਂ ਆਪਣੇ ਚੈਨਲ ਵੱਲੋਂ ਖਾਸ ਤੌਰ ਤੇ ਅਪੀਲ ਕਰਾਂਗੇ ਕਿ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਚੰਗੇ ਸਕੂਲਾਂ ਦੇ ਵਿੱਚ ਜਾਂ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਸ ਆਊਟ ਕਰ ਜਾਂਦੇ ਨੇ, ਉਹਨਾਂ ਦੀਆਂ ਕਾਫੀਆਂ ਚੀਜ਼ਾਂ ਜਿਹੜੀਆਂ ਨੇ ਕਾਪੀਆਂ ਪੈਨਸਲਾਂ ਪੈਨ ਜਿਹੜੇ ਨੇ ਉਹ ਬਚ ਜਾਂਦੇ ਨੇ, ਉਹਨਾਂ ਨੂੰ ਸੁੱਟੋ ਨਾ, ਉਹਨਾਂ ਨੂੰ ਰੱਦੀ ਵਿੱਚ ਨਾ ਵੇਚੋ। ਕਿਉਂਕਿ ਅਕਸਰ ਸਰ ਇਹ ਵੀ ਦੇਖਿਆ ਗਿਆ ਕਿ ਤਕਰੀਬਨ ਜਿਵੇਂ ਕੱਪੜੇ ਵੀ ਛੋਟੇ ਹੁੰਦੇ ਨੇ ਤਾਂ ਲੋਕੀ ਤਕਰੀਬਨ ਜਾਂ ਉਹਨੂੰ ਅੱਗ ਲਾ ਦਿੰਦੇ ਨੇ ਜਾਂ ਉਹਨੂੰ ਗੰਦ ਦੇ ਵਿੱਚ ਸੁੱਟ ਦਿੰਦੇ ਨੇ। ਤਾਂ ਇੱਥੇ ਅਸੀਂ ਇਸੇ ਕਰਕੇ ਆਪਣੇ ਚੈਨਲ ਵੱਲੋਂ ਪਬਲਿਕ ਨੂੰ ਤੁਹਾਡੇ ਨਾਲ ਰਲ ਕੇ ਇੱਕ ਗੁਜ਼ਾਰਿਸ਼ ਮੈਂ ਜ਼ਰੂਰ ਕਰਾਂਗਾ ਕਿ ਜਿਹੜੇ ਤੁਹਾਡੇ ਕੱਪੜੇ ਨੇ ਉਹ ਇਸ ਤਰ੍ਹਾਂ ਦੇ ਬੱਚਿਆਂ ਦੇ ਕੰਮ ਆ ਜਾਣ। ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਕਾਪੀਆਂ ਕਿਤਾਬਾਂ ਨੇ ਜਾਂ ਜਿਹੜੀਆਂ ਤੁਸੀਂ ਇੱਕ ਰੱਦੀ ਦੇ ਵਿੱਚ ਸੁੱਟ ਦਿੰਦੇ ਹੋ ਜਾਂ ਰੱਦੀ ਦੇ ਵਿੱਚ ਬਹੁਤ ਵੇਚ ਦਿੰਦੇ ਹੋ, ਬਹੁਤ ਘੱਟ ਜਿਹੜਾ ਮੁੱਲ ਵੀ ਸ਼ਾਇਦ ਬਹੁਤ ਘੱਟ ਮਿਲਦਾ, ਤੁਸੀਂ ਇਹਨਾਂ ਬੱਚਿਆਂ ਵਾਸਤੇ ਲੈ ਕੇ ਆਓ, ਇਹਨਾਂ ਬੱਚਿਆਂ ਵਾਸਤੇ ਤਾਂ ਕਿ ਯੂਜ਼ ਹੋ ਜਾਣ। ਕਿਉਂਕਿ ਉਹ ਬੱਚੇ ਨੇ ਜਿਨ੍ਹਾਂ ਨੂੰ ਦੁਬਾਰਾ ਦੱਸ ਰਿਹਾ ਕਿ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਸ਼ਾਮ ਦੀ ਰੋਟੀ ਮਿਲਣੀ ਹੈ ਜਾਂ ਨਹੀਂ ਮਿਲਣੀ, ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਗਰੀਬੀ ਹੱਦ ਨਾਲੋਂ ਜ਼ਿਆਦਾ ਹੈ। ਤੇ ਸ਼ਾਇਦ ਸਰਕਾਰਾਂ ਨੂੰ ਵੀ ਜ਼ਰੂਰਤ ਹੈ ਇਹਨਾਂ ਵੱਲ ਧਿਆਨ ਦੇਣ ਦੀ, ਕਿਉਂਕਿ ਐਜੂਕੇਸ਼ਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਲੈ ਕੇ ਹੀ ਸਾਡਾ ਜਿਹੜਾ ਮੁਲਕ ਹੈ ਅਸਲੀ ਅਮੀਰ ਬਣ ਸਕਦਾ, ਸਾਡਾ ਪੰਜਾਬ ਹੈ, ਸਾਡਾ ਭਾਰਤ ਹੈ, ਉਹ ਅਸਲੀ ਅਮੀਰ ਬਣ ਸਕਦਾ ਹੈ। ਸੋ ਅਸੀਂ ਆਕਾਸ਼ ਜੀ ਚਾਹਾਂਗੇ ਕਿ ਬਾਕੀ ਟੀਚਰਾਂ ਨਾਲ ਵੀ ਕੁਝ ਅਸੀਂ ਮੁਲਾਕਾਤ ਕਰੀਏ। प्लीज़ हमारे टीचरों के साथ बात कर सकते हैं।
ਸੋ ਸਾਡੇ ਨਾਲ ਨੇ ਮੈਡਮ ਰਜਨੀ ਬਾਲਾ ਜੀ ਨੇ, ਜਿਹੜੇ ਇਸ ਛੋਟੇ ਜਿਹੇ ਸਕੂਲ ਦੇ ਇੰਚਾਰਜ ਵੀ ਨੇ, ਬੜੀਆਂ ਚੰਗੀਆਂ ਮਿਹਨਤਾਂ ਕਰ ਰਹੇ ਨੇ ਤੇ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ। ਸੋ ਅਸੀਂ ਇਹਨਾਂ ਤੋਂ ਜਾਣਾਂਗੇ ਕੁਝ ਗੱਲਾਂ ਤੇ ਕਿ ਇਸ ਸਕੂਲ ਦੇ ਬਾਰੇ ਇਹਨਾਂ ਦੇ ਕੀ ਐਫਰਟਸ ਨੇ ਤੇ ਕੀ ਇਹਨਾਂ ਨੂੰ ਮਹਿਸੂਸ ਹੁੰਦਾ ਇੱਥੇ ਪੜ੍ਹਾ ਕੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਰ। ਇੱਥੇ ਦਾ ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ? ਐਕਸਪੀਰੀਅੰਸ ਕਾਫੀ ਵਧੀਆ ਇੱਥੇ ਦਾ। ਜੀ। ਮਤਲਬ ਜਦੋਂ ਅਸੀਂ ਇੱਥੇ ਆਏ ਸੀ ਜੀ ਬਹੁਤ ਡਿਫਿਕਲਟ ਸੀਗਾ ਇੱਥੇ ਕੰਮ ਕਰਨਾ। ਮਤਲਬ ਕਿੱਥੇ ਅਸੀਂ ਸਾਫ ਸੁਥਰੇ ਏਰੀਆ 'ਚ ਰਹਿੰਦੇ ਸੀਗੇ, ਜੀ। ਕਿੱਥੇ ਮਤਲਬ ਝੁੱਗੀਆਂ 'ਚ ਜਾਣਾ, ਬੱਚੇ ਇਕੱਠੇ ਕਰਨੇ, ਬਹੁਤ ਟਫ ਸੀਗਾ। ਇੱਕ ਵਾਰ ਤਾਂ ਘਬਰਾਹਟ ਹੋ ਗਈ ਸੀ, ਲੇਕਿਨ ਫਿਰ ਹੌਲੀ ਹੌਲੀ ਮਤਲਬ ਉਹ ਦਇਆ ਭਾਵਨਾ ਆਈ, ਇਹਨਾਂ ਬੱਚਿਆਂ ਦੇ ਅੰਦਰ ਜਾਣਾ ਸ਼ੁਰੂ ਕਰਿਆ। ਅਸੀਂ ਸਵੇਰੇ ਬੱਚਿਆਂ ਨੂੰ ਜਦੋਂ ਆਉਂਦੇ ਹਾਂ ਸਕੂਲ, ਪਹਿਲਾਂ ਬੱਚਿਆਂ ਕੋਲ ਜਾਂਦੇ ਹਾਂ, ਉਹਨਾਂ ਨੂੰ ਉਠਾਉਂਦੇ ਹਾਂ ਘਰੋਂ ਤੇ ਫਿਰ ਉਹਨਾਂ ਨੂੰ ਨੁਹਾਉਂਦੇ ਵੀ ਹਾਂ। ਜਿਹੜਾ ਬੱਚਾ ਘਰੋਂ ਨਹੀਂ ਨੁਹਾ ਕੇ ਆਉਂਦਾ ਅਸੀਂ ਉਰੇ ਨੁਹਾਉਂਦੇ ਹਾਂ ਤੇ ਉਹਨਾਂ ਨੂੰ ਕੰਘੀ ਵਗੈਰਾ ਕਰਦੇ ਹਾਂ, ਨੇਲ ਕੱਟ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਆਪਣੀ ਸਟੱਡੀ ਸਟਾਰਟ ਕਰਦੇ ਹਾਂ। ਜੀ, ਵੈਸੇ ਤੁਸੀਂ ਇਸ ਦੇ ਨਾਲ ਆਪਣੀ ਕੋਈ ਸਟੱਡੀ ਕਰ ਰਹੇ ਹੋ ਜਾਂ ਕੋਈ ਜੌਬ ਕਰ ਰਹੇ ਹੋ? हाँ जी सर, मैंने ग्रेजुएशन करी हुई है, मैं नर्सिंग करी हुई है, मैं नर्स की जॉब कर रही हूँ ऑल इंडिया पिंगला आश्रम जी। उत्थे मैं स्टाफ नर्स हाँ ਜੀ हाँ जी। ਜੀ, ਬਹੁਤ ਬਹੁਤ ਸ਼ੁਕਰੀਆ ਜੀ। थैंक यू। ਸੋ ਉਸ ਤੋਂ ਬਾਅਦ ਨੇ ਸਾਡੇ ਨਾਲ ਮੈਡਮ ਮੀਨਾਕਸ਼ੀ, ਜਿਹੜੇ ਇਸ ਸਕੂਲ ਨੂੰ ਚਲਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰ ਰਹੇ ਨੇ। ਸੋ ਮੀਨਾਕਸ਼ੀ ਜੀ, ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਸੀ ਤੇ ਤੁਸੀਂ ਇਸ ਦੇ ਨਾਲ ਕੋਈ ਜੌਬ ਕਰ ਰਹੇ ਹੋ ਜਾਂ ਪੜ੍ਹਾਈ ਕਰ ਰਹੇ ਹੋ ਤੇ ਉਹਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਇੱਥੇ ਸਕੂਲ ਵੀ ਪੜ੍ਹਾਉਂਦੇ ਹੋ? ਐਕਸਪੀਰੀਅੰਸ ਬਹੁਤ ਵਧੀਆ ਇੱਥੇ ਦਾ। ਜੀ। ਜਦੋਂ ਮੈਂ ਸਟਾਰਟਿੰਗ 'ਚ ਮੈਂ ਪਹਿਲੀ ਵਾਰੀ ਇੱਥੇ ਆਈ ਸੀ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਇੱਥੇ ਕੰਮ ਕਰ ਸਕਦੀ ਹਾਂ, ਜੀ ਕਿਉਂਕਿ ਤੁਸੀਂ ਦੇਖਿਆ ਹੀ ਇੱਥੇ ਦਾ ਮਾਹੌਲ ਕਿਦਾਂ ਦਾ ਹੈ ਨਾ। ਜੀ ਅਸੀਂ ਜਦੋਂ ਮੈਂ ਪਹਿਲੀ ਵਾਰੀ ਆਈ ਤਾਂ ਮੈਂ ਬੱਚੇ ਮਤਲਬ ਬਿਸਤਰਿਆਂ 'ਚੋਂ ਉਠਾਇਆ ਸੀ ਜੀ ਵੀ ਉਹਨਾਂ ਨੂੰ ਪੜ੍ਹਾਉਣ ਵਾਸਤੇ, ਕਿਉਂਕਿ ਇਦਾਂ ਹੁੰਦਾ ਸੀ, ਕਿਉਂਕਿ ਅਸੀਂ ਸਾਡਾ ਬੈਕਗ੍ਰਾਉਂਡ ਹੈ ਉਹ ਸਾਡਾ ਵੀ ਇੱਕ ਪੂਅਰ ਫੈਮਿਲੀ ਤੋਂ ਹੈ ਨਾ। ਜੀ ਅਸੀਂ ਕਹਿੰਦੇ ਕਿ ਜਿੱਦਾਂ ਅਸੀਂ ਪੜ੍ਹਨ ਵਿੱਚ ਥੋੜਾ ਰਹਿ ਗਏ, ਜੀ ਆਪਣੀ ਮਿਹਨਤ ਨਾਲ ਪੜ੍ਹ ਰਹੇ ਹਾਂ, ਤਾਂ ਜੀ। ਕੋਈ ਸਾਡੇ ਵੱਲੋਂ ਪੜ੍ਹਾਈ 'ਚ ਵਾਂਝਾ ਨਾ ਰਹਿ ਜੇ। ਜੀ ਤਾਂ ਉਹੀ ਗੱਲ ਲੈ ਕੇ ਬਸ ਕੁਛ ਪਰਮਾਤਮਾ ਦੀ ਕਿਰਪਾ ਨਾਲ ਹੈ ਨਾ ਜੀ। ਅਸੀਂ ਇੱਥੇ ਆਏ। ਉਸ ਤੋਂ ਬਾਅਦ ਬੱਚਿਆਂ ਨੂੰ ਜਦੋਂ ਅਸੀਂ ਪੜ੍ਹਾਇਆ ਜੀ। ਤਾਂ ਇੱਕ ਮਨ ਦੇ ਅੰਦਰ ਇਦਾਂ ਹੋ ਗਿਆ ਕਿ ਹਾਂ ਇਹ ਕਰ ਸਕਦੇ ਹਾਂ ਅਸੀਂ। ਜੀ ਤਾਂ ਉੱਦਾਂ ਉਸ ਤੋਂ ਬਾਅਦ ਵੱਧਦਾ ਗਿਆ ਐਕਸਪੀਰੀਅੰਸ। ਤਾਂ ਉਸ ਤੋਂ ਬਾਅਦ ਵੀ ਚੇਂਜਿੰਗ ਵੀ ਹੁੰਦੀ ਰਹੀ, ਜੀ। ਕਦੀ ਕਿਹੜੇ ਸਕੂਲ ਕਦੀ ਕਿਹੜੇ ਸਕੂਲ, ਫਿਰ ਮੈਂ ਉੱਥੇ ਦਾ ਮਾਹੌਲ ਚੇਂਜ ਹੁੰਦਾ ਰਿਹਾ। ਜੀ। ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਸ ਗੱਲ ਦਾ। ਜੀ। ਔਰ ਸਟੱਡੀ ਨਾਲ ਲੈ ਕੇ ਇਹ ਸੀਗਾ ਕਿ ਸਾਨੂੰ ਇਦਾਂ ਸੀ ਕਿ ਅਸੀਂ ਆਪ ਮਿਹਨਤ ਕਰਕੇ ਪੜ੍ਹ ਰਹੇ ਹਾਂ, ਤਾਂ ਸਾਨੂੰ ਹੋਰਾਂ ਲਈ ਕੁਝ ਕਰਨਾ ਚਾਹੀਦਾ ਤਾਂ ਕਿ ਪੰਜਾਬ 'ਚ ਅਸੀਂ ਇੱਕ ਨਵੀਂ ਲਹਿਰ ਲੈ ਕੇ ਆ ਸਕੀਏ। ਜੀ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆਣਾ। ਜੀ। ਜਦੋਂ ਹੁਣ ਲੋਕਡਾਊਨ 'ਚ ਸਕੂਲ ਬੰਦ ਹੋ ਗਏ ਤਾਂ ਇੱਕ ਘਰ ਦਾ ਮਾਹੌਲ ਇਦਾਂ ਹੋ ਗਿਆ ਸੀ ਕਿ ਘਰੇ ਦਿਲ ਨਹੀਂ ਲੱਗਦਾ ਸੀਗਾ। ਜੀ, ਜੀ। ਸਾਨੂੰ ਇੱਥੇ ਆਣਾ ਔਰ ਇੱਥੇ ਆ ਕੇ ਬਹਿਣਾ। ਫਿਰ ਉਸ ਤੋਂ ਬਾਅਦ ਇੱਥੇ ਅਸੀਂ ਸ਼ੁਰੂ ਕੀਤਾ ਸੀਗਾ ਕਿ ਵੱਡੇ ਬੱਚਿਆਂ ਨੂੰ ਪੜ੍ਹਾਇਆ ਜਾਵੇ, ਜਿੱਦਾਂ ਜੀ। ਲੇਡੀਜ਼ ਹੋ ਗਈਆਂ, ਜੀ। ਉਹਨਾਂ ਨੂੰ ਵੀ ਪੜ੍ਹਾਇਆ ਸੀ। ਈਵਨ ਦੋ ਕਿ ਉਹਨਾਂ ਦੇ ਬੱਚੇ ਕਈ ਇਦਾਂ ਦੇ ਸੀਗੇ ਕਿ ਆਪਣੇ ਬੱਚਿਆਂ ਦੇ ਨਾਲ ਛੱਡ ਕੇ ਚਲੇ ਜਾਂਦੇ ਸੀ, ਛੋਟੇ ਬੱਚਿਆਂ ਨੂੰ, ਜੀ ਜਿਹਦਾ ਕਬਾੜਾ ਚੁੱਕਦੇ ਆ ਇਹ, ਜੀ ਤਾਂ ਉਹ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਸੀਗੇ। ਜੀ ਅਸੀਂ ਨਾਲ ਮੰਜਾ ਡਾਲ ਲੈਂਦੇ ਸੀਗੇ, ਜੀ। ਉਹਦੇ ਉੱਤੇ ਅਸੀਂ ਜਿਹੜੇ ਛੋਟੇ ਬੱਚੇ ਹੁੰਦੇ ਸੀ ਉਹਨਾਂ ਨੂੰ ਪਾ ਦਈਦਾ ਸੀਗਾ ਜੀ। ਤੇ ਵੱਡਿਆਂ ਨੂੰ ਪੜ੍ਹਾਈਦਾ ਸੀਗਾ। ਜੀ, ਖੈਰ ਬਹੁਤ ਵਧੀਆ, ਹਾਂਜੀ। ਬਹੁਤ ਕਾਬਿਲੇ ਤਾਰੀਫ ਹੈ ਤੇ ਸਲੂਟ ਹੈ ਸਾਡੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਕਿ ਤੁਸੀਂ ਇੰਨੇ ਜ਼ਿਆਦਾ ਵਧੀਆ ਐਫਰਟਸ ਕਰ ਰਹੇ ਹੋ। ਸ਼ੁਕਰੀਆ ਜੀ। ਸਾਡੇ ਨਾਲ ਨੇ ਅਗਲੇ ਅਧਿਆਪਕ ਜਿਹੜੇ ਨੇ ਮੈਡਮ ਕੋਮਲ ਨੇ। ਕੋਮਲ ਜੀ, ਤੁਸੀਂ ਦੱਸੋ ਵੀ ਤੁਹਾਡਾ ਐਕਸਪੀਰੀਅੰਸ ਹੋਰ ਟੀਚਰਾਂ ਦੀ ਤਰ੍ਹਾਂ ਇੱਥੇ ਕਿੱਦਾਂ ਦਾ ਰਿਹਾ? ਤੁਸੀਂ ਇਸ ਦੇ ਨਾਲ ਕੋਈ ਹੋਰ ਪੜ੍ਹਾਈ ਵੀ ਕਰ ਰਹੇ ਹੋ ਜਾਂ ਆਪਣਾ ਕੋਈ ਕੰਮਕਾਰ ਵੀ ਕਰ ਰਹੇ ਹੋ? ਯੈਸ ਸਰ, ਮੇਰਾ ਨਾਮ ਕੋਮਲ ਹੈ। ਮਤਲਬ ਮੈਂ ਇੱਕ ਸੋਸ਼ਲ ਵਰਕਰ ਹਾਂ, ਮਤਲਬ ਜੀ। ਇੱਥੇ ਬੱਚਿਆਂ ਨੂੰ ਪੜ੍ਹਾ ਰਹੀ ਹਾਂ। ਜੀ ਤੇ ਇੱਥੇ ਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਵਧੀਆ ਹੈ ਕਿ ਮਤਲਬ ਸ਼ੁਰੂ ਤੋਂ ਹੀ ਮੈਂ ਚਾਹੁੰਦੀ ਸੀਗੀ ਕਿ ਮਤਲਬ ਇਸ ਲਾਈਨ 'ਚ ਜਾਵਾਂ, ਸਮਾਜ ਸੇਵਿਕਾ, ਬੱਚਿਆਂ ਨੂੰ ਪੜ੍ਹਾਉਣਾ, ਮਤਲਬ ਟੀਚਰ ਬਣਨਾ ਮੇਰਾ ਏਮ ਸੀਗਾ। ਜੀ ਤੇ ਮਤਲਬ ਜਦੋਂ ਮੈਂ ਇਸ ਲਾਈਨ 'ਚ ਆਈ ਤਾਂ ਬਹੁਤ ਅੱਛਾ ਲੱਗਿਆ। ਮਤਲਬ ਹਜੇ ਵੀ ਮੈਂ ਸਟੱਡੀ ਕਰ ਰਹੀ ਹਾਂ ਐਜ਼ ਅ ਮਤਲਬ ਟੀਚਰ ਦੀ DEC ਕੋਰਸ ਕਰ ਰਹੀ ਹਾਂ ਮੈਂ ਜੀ। ਵੀ ਅੱਗੇ NTT ਕੋਰਸ, ਮਤਲਬ ਅਗਰ ਮਤਲਬ ਅੱਛਾ ਹੋ ਜਾਂਦਾ ਮੇਰਾ ਉਹ ਕੋਰਸ ਤਾਂ ਮੈਂ ਅੱਗੇ ਵੀ ਆਪਣੀ ਮਤਲਬ ਇੱਧਰ ਸੇਵਾ ਵੱਲ ਧਿਆਨ ਜ਼ਰੂਰ ਰੱਖੂੰਗੀ ਆਪਣਾ। ਕੋਮਲ, ਇਦਾਂ ਨਹੀਂ ਕਦੇ ਹੋਇਆ ਕਿ ਪੜ੍ਹਾਈ ਕਰਕੇ ਮੈਂ ਕਿਸੇ ਚੰਗੇ ਕਾਲਜ ਜਾਂ ਸਕੂਲ ਦੇ ਵਿੱਚ ਪੜ੍ਹਾਵਾਂ, ਕਿਉਂ ਇਦਾਂ ਗਰੀਬਾਂ ਲਈ ਮੈਂ ਇਦਾਂ ਸੇਵਾ ਦੇਵਾਂ? ਕਹਿੰਦਾ ਇਦਾਂ ਨਹੀਂ ਮਹਿਸੂਸ ਹੋਇਆ ਕਿ ਮੈਂ ਨਹੀਂ ਕਮਾਈ ਕਰਨੀ ਹੈ ਤੇ ਮੈਨੂੰ ਇੱਥੇ ਆਉਣ ਦੀ ਕੀ ਲੋੜ ਹੈ? ਕਦੇ ਇਦਾਂ ਨਹੀਂ ਮਹਿਸੂਸ ਹੋਇਆ? ਨਹੀਂ ਸਰ, ਐਦਾਂ ਦਾ ਕਦੇ ਵੀ ਮਤਲਬ ਉਹ ਹੀ ਨਹੀਂ ਸੀਗਾ, ਸੋਚਿਆ ਵੀ ਨਹੀਂ ਸੀ। ਮਤਲਬ ਜਦੋਂ ਪਹਿਲਾਂ ਮੈਂ ਲੱਗੀ ਸੀ ਸਕੂਲ ਵਿੱਚ, ਥੋੜੀ ਪ੍ਰੋਬਲਮਸ ਆਈਆਂ ਸੀਗੀਆਂ ਕਿ ਹਾਂ ਇੱਥੇ ਬਹਿਣਾ ਰਹਿਣਾ, ਮਤਲਬ ਬੱਚਿਆਂ ਦਾ ਇੱਥੋਂ ਦਾ ਰਹਿਣ ਸਹਿਣ ਬਹੁਤ ਅਲੱਗ ਹੈ ਆਪਣੇ ਘਰ ਨਾਲੋਂ। ਜੀ। ਤੇ ਮਤਲਬ ਇਦਾਂ ਦਾ ਕੋਈ ਫੀਲ ਨਹੀਂ ਹੋਈ ਇਦਾਂ ਦੀ ਗੱਲ। ਜਦੋਂ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਗਿਆ, ਜੀ। ਇਹਨਾਂ ਬੱਚਿਆਂ ਨਾਲ ਪਿਆਰ ਪੈ ਗਿਆ, ਜੀ। ਤਾਂ ਮਤਲਬ ਬਹੁਤ ਅੱਛਾ ਲੱਗਣ ਲੱਗਿਆ। ਹੁਣ ਤਾਂ ਵੀ ਹੁਣ ਦਿਲ ਹੀ ਨਹੀਂ ਕਰਦਾ ਕਿ ਇੱਥੋਂ ਹਟੀਏ ਜਾਂ ਕਿਧਰੇ ਹੋਰ ਜਾਈਏ। ਜੀ ਮਤਲਬ ਓਪਨ ਸਟੱਡੀ ਤਾਂ ਕਰ ਰਹੇ ਹਾਂ, ਪਰ ਇੱਧਰ ਵੀ ਧਿਆਨ ਰਹਿੰਦਾ ਹੈ ਕਿ ਹਾਂ ਇਹਨਾਂ ਬੱਚਿਆਂ ਵੱਲ ਵੀ ਸੋਚਣਾ ਹੈ। ਜੀ ਸ਼ੁਕਰੀਆ ਜੀ, ਬਹੁਤ ਬਹੁਤ। ਸਾਡੇ ਨਾਲ ਇੱਕ ਹੋਰ ਅਧਿਆਪਕ ਨੇ ਮੈਡਮ ਆਰਤੀ ਨੇ, ਜਿਹੜੇ ਇੱਥੇ ਜਿਹੜੀਆਂ ਨੇ ਸੇਵਾਵਾਂ ਦੇ ਰਹੇ ਨੇ, ਉਹਨਾਂ ਤੋਂ ਜਾਣਦੇ ਹਾਂ ਅਸੀਂ। ਆਰਤੀ ਜੀ, ਇੱਥੇ ਤੁਸੀਂ ਪੜ੍ਹਾ ਰਹੇ ਹੋ? ਹਾਂਜੀ ਸਰ।
ਤੁਹਾਨੂੰ ਕਿੰਨਾ ਕੁ ਸਮਾਂ ਜਿਹੜਾ ਤੁਸੀਂ ਇੱਥੇ ਦਿੰਦੇ ਹੋ ਤੇ ਉਹਦੇ ਨਾਲ ਤੁਸੀਂ ਆਪਣੀ ਲਾਈਫ ਦੇ ਵਿੱਚ ਸਟੱਡੀ ਕਰ ਰਹੇ ਹੋ ਜਾਂ ਕੋਈ ਹੋਰ ਜੌਬ ਵੀ ਕਰ ਰਹੇ ਹੋ? ਹਾਂਜੀ ਮੈਂ ਸਟੱਡੀ ਕਰ ਰਹੀ ਹਾਂ ਜੀ। ਕਿਹੜੀ ਸਟੱਡੀ ਕਰ ਰਹੇ ਹੋ ਤੁਸੀਂ? ਜੀ ਮੈਂ ਬੀਐਡ ਕਰ ਰਹੀ ਹਾਂ ਜੀ। ਤੇ ਬੀਐਡ ਜਿਹੜਾ ਹੈਗਾ ਤੁਸੀਂ ਕਿਵੇਂ ਸਮਾਂ ਕੱਢ ਲੈਂਦੇ ਹੋ, ਕਿਉਂਕਿ ਉੱਥੇ ਵੀ ਪੜ੍ਹਾਈ ਕਰਨੀ ਤੇ ਇੱਥੇ ਵੀ ਤੁਸੀਂ ਸਮਾਂ ਦਿੰਦੇ ਹੋ? ਉਹ ਤਾਂ ਟਾਈਮ ਤਾਂ ਕੱਢਣਾ ਪੈਂਦਾ ਜੀ। ਬੱਚਿਆਂ ਲਈ ਵੀ। ਜੀ। ਹਾਂਜੀ। ਕਦੇ ਔਖਾ ਨਹੀਂ ਲੱਗਦਾ ਵੀ ਉੱਥੇ ਵੀ ਮੈਨੂੰ ਪੜ੍ਹਾਈ ਦੇ ਵਿੱਚ ਔਖਿਆਈ ਆ ਰਹੀ ਹੈ? ਕਿਉਂਕਿ ਅਕਸਰ ਜਿਹੜੇ ਮਾਪੇ ਨੇ ਉਹ ਇਸ ਚੀਜ਼ ਨੂੰ ਲੈ ਕੇ ਬੜੇ ਚਿੰਤਿਤ ਹੁੰਦੇ ਨੇ, ਬੱਚਿਆਂ ਦੀ ਪੜ੍ਹਾਈ ਨੂੰ ਖਾਸ ਕਰਕੇ ਲੈ ਕੇ। ਤਾਂ ਉਹ ਕਦੇ ਕਹਿੰਦੇ ਨੇ ਵੀ ਕੋਮਲ ਤੈਨੂੰ ਉੱਥੇ ਜਾਣ ਦੀ ਕੀ ਲੋੜ ਹੈ, ਵੀ ਤੂੰ ਘਰੇ ਰਹਿ ਕੇ ਆਪਣੀ ਬੀਐਡ ਜਿਹੜੀ ਹੈ ਉਹ ਵਧੀਆ ਤੂੰ ਕਰ, ਅੱਛਾ ਪੜ੍ਹ ਜਾਂ ਇਹਦੇ ਵਿੱਚ ਫਸਟ ਡਿਵੀਜ਼ਨ ਲੈਣੀ ਹੈ। ਬਹੁਤ ਘੱਟ ਮਾਪੇ ਨੇ ਜਿਹੜੇ ਇਦਾਂ ਦੀਆਂ ਸੇਵਾਵਾਂ ਦੇ ਵਿੱਚ ਬੱਚਿਆਂ ਨੂੰ ਜਾਣ ਦਿੰਦੇ ਨੇ, ਖਾਸ ਕਰਕੇ ਕੁੜੀਆਂ ਨੂੰ। ਪਰ ਤੁਸੀਂ ਇੱਥੇ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਰਹੇ ਹੋ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਐਕਸਪੀਰੀਅੰਸ ਤਾਂ ਕਿ ਹਰ ਪੈਰੈਂਟਸ ਕਹਿੰਦੇ ਆ ਵੀ ਸਾਡੇ ਬੱਚਾ ਅੱਗੇ ਵਧੇ ਜੀ। ਪੜ੍ਹੇ, ਪਰ ਇਹ ਵੀ ਇਹ ਮੇਰਾ ਪ੍ਰੋਫੈਸ਼ਨ ਹੈ, ਮੇਰੀ ਲਾਈਫ ਹੈ ਜੀ। ਯਾਨੀ ਕਿ ਮੈਨੂੰ 5 ਸਾਲ ਹੋ ਗਏ ਇੱਥੇ ਬੱਚਿਆਂ ਨੂੰ ਸਟੱਡੀ ਕਰਵਾਉਂਦੇ ਹੋਏ। ਜੀ। ਸੋ ਇਹਨਾਂ ਬਿਨਾਂ ਮੈਂ ਰਹਿ ਨਹੀਂ ਸਕਦੀ। ਜੀ। ਇੱਕ ਦਿਨ ਦੇਖੇ ਬਿਨਾਂ ਯਾਨੀ ਕਿ ਉਹ ਦਿਲ ਨੂੰ ਸਕੂਨ ਨਹੀਂ ਮਿਲਦਾ ਜੋ ਇਹਨਾਂ ਨੂੰ ਦੇਖ ਕੇ ਮਿਲਦਾ ਹੈ ਨਾ। ਜੀ। ਇੱਕ ਦਿਨ 'ਚ ਪੂਰੇ ਦਿਨ 'ਚ ਯਾਨੀ ਕਿ ਇੱਕ ਵਾਰ ਤਾਂ ਇਹਨਾਂ ਨੂੰ ਦੇਖਣਾ, ਇਹਨਾਂ ਨੂੰ ਸਟੱਡੀ ਕਰਵਾਉਣਾ ਬਣਦਾ ਹੈ, ਡਾਂਟਣਾ। ਇਸ ਬਾਰੇ ਵੀ ਦੱਸੋ ਕਿ ਤੁਹਾਨੂੰ ਐ ਲੱਗਦਾ ਹੈ ਕਿ ਪੰਜਾਬ ਦੇ ਵਿੱਚ, ਜੇਕਰ ਆਪਾਂ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਕਿੰਨੇ ਛੋਟੇ ਵੱਡੇ ਸਕੂਲ ਨੇ, ਉਹਨਾਂ ਦੇ ਵਿੱਚ ਤਕਰੀਬਨ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਸ਼ਾਇਦ ਇੱਥੇ ਵਾਂਗੂ ਨਵਾਉਣਾ ਨਹੀਂ ਪੈਂਦਾ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਅਧਿਆਪਕ ਦੱਸ ਕੇ ਗਏ ਸੀ ਕਈ ਵਾਰ ਤਾਂ ਘਰੋਂ ਉਠਾ ਕੇ ਵੀ ਲੈ ਕੇ ਆਉਣਾ ਪੈਂਦਾ ਹੈ। ਕੀ ਔਖਾ ਨਹੀਂ ਲੱਗਦਾ? ਐ ਨਹੀਂ ਲੱਗਦਾ ਵੀ ਸਾਨੂੰ ਤਾਂ ਕਿਤੇ ਨਾ ਕਿਤੇ ਵਧੀਆ ਸਕੂਲ ਦੇ ਵਿੱਚ ਪੜ੍ਹਾ ਲੈਣਾ ਚਾਹੀਦਾ ਸੀ, ਉੱਥੇ 4 ਪੈਸੇ ਵੀ ਮਿਲਦੇ ਤੇ ਇੱਥੇ ਸਾਨੂੰ ਫ੍ਰੀ ਵੀ ਪੜ੍ਹਾਉਣਾ ਪੈ ਰਿਹਾ ਤੇ ਜਿਹੜੀ ਮਿਹਨਤ ਆ ਦੁੱਗਣੀ ਕਰਨੀ ਪੈਂਦੀ ਹੈ? ਕਦੇ ਔਖਿਆਈ ਜੀ ਨਹੀਂ ਲੱਗਦੀ? ਨਹੀਂ ਸੋ ਬਿਲਕੁਲ ਵੀ ਨਹੀਂ, ਕਿਉਂਕਿ ਇਹ ਸਾਡੀ ਹੁਣ ਨਾ ਲਾਈਫ ਬਣ ਚੁੱਕੀ, ਇੱਕ ਲਾਈਫ ਦਾ ਹਿੱਸਾ ਬਣ ਚੁੱਕੇ ਹੈ। ਜੀ। ਹਾਂਜੀ। ਸੋ ਇਸ ਲਈ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਸਾਨੂੰ ਇਹ ਹੈ ਕਿ ਸਾਡੀ ਮਿਹਨਤ ਨਾਲ ਜੇ ਬੱਚੇ ਕੁਝ ਕਰ ਜਾਣ, ਕੁਝ ਬਣ ਜਾਣ ਤਾਂ ਸਾਡੇ ਵਰਗੇ ਮਹਾਨ ਹੋਣਗੇ। ਜੀ। ਬੜੀ ਖੁਸ਼ੀ ਮਿਲਦੀ ਹੈ ਜਦੋਂ ਤੁਹਾਡੇ ਵਰਗੇ ਅਧਿਆਪਕ ਜਦੋਂ ਇਦਾਂ ਦੀ ਸੋਚ ਰੱਖਦੇ ਨੇ, ਤੇ ਖਾਸ ਕਰਕੇ ਕੁੜੀਆਂ ਜਿਹੜੀਆਂ ਇਸ ਚੀਜ਼ ਲਈ ਅੱਗੇ ਆਉਂਦੀਆਂ ਨੇ, ਇਸ ਤਰ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਜਿਨ੍ਹਾਂ ਨੂੰ ਸ਼ਾਇਦ ਪੜ੍ਹਾਈ ਦਾ ਇੱਕ ਨਾਮ ਵੀ ਨਹੀਂ ਪਤਾ ਹੁੰਦਾ ਕਿ ਪੜ੍ਹਾਈ ਕੀ ਚੀਜ਼ ਹੁੰਦੀ। ਬੜੀ ਕਾਬਿਲੇ ਤਾਰੀਫ ਹੈ ਤੁਹਾਡੀ ਟੀਮ ਤੇ ਤੁਹਾਡਾ ਸਾਰਾ ਗਰੁੱਪ ਹੈ ਜਿਹੜਾ ਉਹ ਬਹੁਤ ਜ਼ਿਆਦਾ ਕਾਬਿਲੇ ਤਾਰੀਫ ਹੈ, ਤੇ ਸਲਾਮ ਹੈ ਤੁਹਾਡੀ ਸਾਰੀ ਟੀਮ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਆਕਾਸ਼ ਜੀ ਆਉਣ ਲਈ ਤੁਹਾਡਾ बहुत बहुत शुक्रिया। थैंक यू सर, ये मेरा सौभाग्य है कि आपने हमें बुलाया। जी। थैंक यू सो मच। थैंक यू सर।